ਸਤਿਨਾਮ ਵਾਹਿਗੁਰੂ ਜੀਓ। ਘਰ ਦੂਜਾ। ਦੋਇ ਦੋਇ ਲੋਚਨ ਪੇਖਾ, ਹਉ ਹਰ ਬਿਨ ਔਰ ਨ ਦੇਖਾ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਨ ਨ ਜਾਈ। ਹਮਰਾ ਭਰਮ ਗਿਆ ਭਉ ਭਾਗਾ, ਜਬ ਰਾਮ ਨਾਮ ਚਿਤ ਲਾਗਾ। ਰਹਾਉ ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਕਥਨੀ ਕਹਿ ਭਰਮ ਨ ਜਾਈ, ਸਭ ਕਥ ਖਾਤਿਰ ਹੀ ਲੁਕਾਈ। ਜਾ ਕਉ ਗੁਰਮੁਖ ਆਪ ਬੁਝਾਈ, ਤਾਂ ਕੇ ਹਿਰਦੇ ਰਹਿਆ ਸਮਾਈ। ਗੁਰ ਕਿੰਚਿਤ ਕਿਰਪਾ ਕੀਨੀ, ਸਭ ਤਨ ਮਨ ਦੇ ਹਰ ਲੀਨੀ। ਕਹਿ ਕਬੀਰ ਰੰਗ ਰਾਤਾ, ਮਿਲਿਓ ਜਗ ਜੀਵਨ ਦਾਤਾ। ਗੁਰ ਕਿੰਚਿਤ ਕਿਰਪਾ ਕੀਨੀ, ਸਭ ਤਨ ਮਨ ਦੇ ਹਰ ਲੀਨੀ। ਕਹਿ ਕਬੀਰ ਰੰਗ ਰਾਤਾ, ਮਿਲਿਓ ਜਗ ਜੀਵਨ ਦਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਅਤੇ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਜੋ ਕਿ ਹਰ ਰੋਜ਼ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਡਭਾਗਾ ਸਮਾਂ ਬਖਸ਼ਿਆ। ਸੋਰਠ ਰਾਗ ਦੇ ਵਿੱਚ ਕਬੀਰ ਸਾਹਿਬ ਜੀ ਦੀ ਬਾਣੀ ਹੈ। 655 ਅੰਕ 'ਤੇ ਇਹ ਪਾਵਨ ਸ਼ਬਦ ਹੈ। ਸੋ ਕਬੀਰ ਸਾਹਿਬ ਜੀ ਬ੍ਰਹਮ ਦਾ ਉਪਦੇਸ਼ ਦੇ ਰਹੇ ਨੇ। ਕੀ ਬਚਨ ਕਰਦੇ ਨੇ, ਆਓ ਸਮਝੀਏ। ਘਰ ਦੂਜਾ ਦੋਇ ਦੋਇ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ। ਦੂਸਰੇ ਘਰ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਉਪਦੇਸ਼ ਹੈ ਅਤੇ ਸੋਰਠ ਰਾਗ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਨੇਤਰੋ ਮੇਰਿਓ ਹਰ ਤੁਮੈ ਜੋ ਧਰੀ, ਹਾਰ ਨਵਰ ਨਾ ਦੇਖੋ ਕੋਈ। ਸੋ ਪਹਿਲੋਂ ਨੇਤਰਾਂ ਦੀ ਗੱਲ ਕਰਦੇ, ਬਾਅਦ 'ਚ ਦੇਖਣ ਦੀ ਗੱਲ ਕਰਦੇ ਆ। ਇਹ ਵਿਸ਼ ਸੰਸਾਰ ਤੁਮ ਦੇਖਦੇ। ਸੋ ਇਹ ਜਿਹੜਾ ਸੰਸਾਰ ਦੀ ਗੱਲ ਜਦੋਂ ਕਰਨੀ, ਉਦੋਂ ਦੇਖਣ ਦੀ ਗੱਲ ਕਰਨਗੇ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਦੇਖਣਾ ਅਤੇ ਵੇਖਣਾ, ਸੋ ਇਹਦੇ 'ਚ ਫਰਕ ਹੈ। ਦੇਖਣਾ ਅੱਖਾਂ ਦੇ ਨਾਲ ਹੁੰਦਾ, ਜੋ ਬਾਹਰਲੀਆਂ ਅੱਖਾਂ ਨੇ। ਵੇਖਣਾ ਅੰਦਰਲੀ ਅੱਖ ਹੈ। ਹੁਣ ਇੱਥੇ ਕਬੀਰ ਸਾਹਿਬ ਜੀ ਪਹਿਲਾਂ ਅੰਦਰਲੀ ਅੱਖ ਦੀ ਗੱਲ ਕਰਦੇ, ਬਾਅਦ 'ਚ ਬਾਹਰਲੀ ਅੱਖ ਦੀ ਗੱਲ ਕਰਦੇ ਨੇ। ਜਿਸ ਨੂੰ ਅੰਦਰਲੀ ਅੱਖ ਜਿਹਦੀ ਖੁੱਲ੍ਹ ਗਈ, ਜੇ ਗਿਆਨ ਅੰਜਨ ਦੇ ਨਾਲ, ਗਿਆਨ ਅੰਜਨ ਨੇਤਰੀ ਪੜ੍ਹਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਿਸ ਦੀ ਅੰਦਰਲੀ ਅੱਖ ਖੁੱਲ੍ਹਦੀ ਹੈ ਉਹ ਸੰਸਾਰ ਨੂੰ ਰੱਬ ਦਾ ਰੂਪ ਦੇਖ ਸਕਦਾ। ਜਿਸ ਦੀ ਅੰਦਰਲੀ ਅੱਖ ਨਹੀਂ ਖੁੱਲ੍ਹਦੀ, ਸੰਸਾਰ ਨੂੰ ਰੱਬ ਦਾ ਰੂਪ ਨਹੀਂ ਦੇਖ ਸਕਦਾ। ਹੁਣ ਕਬੀਰ ਸਾਹਿਬ ਜੀ ਕਹਿੰਦੇ ਨੇ, ਦੋਇ ਦੋਇ ਲੋਚਨ ਪੇਖਾ। ਸੋ ਇਹ ਜੇ ਤੂੰ ਪੇਖਣਾ ਹੈ ਨਾ, ਪੇਖਣਾ, ਫਿਰ ਉਹ ਅੱਖਾਂ ਦੋਈ ਤੋਂ ਭਾਵ ਹੁੰਦਾ ਦੂਜੀਆਂ ਹੋਰ ਹੈ, ਉਹ ਇਹ ਨਹੀਂ ਹੈ। ਇਹਦੇ ਨਾਲ ਪੇਖਿਆ ਹੀ ਨਹੀਂ ਜਾ ਸਕਦਾ। ਖਾਸ ਕਰ ਪਰਮਾਤਮਾ ਨੂੰ ਤੂੰ ਵੇਖਣਾ ਪਹਿਲਾਂ, ਜੇ ਸੰਸਾਰ 'ਚ ਵੇਖਣਾ ਪਹਿਲਾਂ ਤੈਨੂੰ ਅੰਦਰ ਵੇਖਣਾ ਪਵੇਗਾ।
ਸੋ ਉਹ ਵੀ ਸ਼ਬਦ ਵੀ ਲੋਚਨ, ਇੱਕ ਵਚਨ ਸ਼ਬਦ ਵਰਤਿਆ ਲੋਚਨ, ਸੋ ਭਾਵ ਉਹ ਇੱਕ ਨੇਤਰ ਹੈ। ਸੋ ਉਹ ਜਦੋਂ ਉਹਦੇ 'ਚ ਸੁਰਮਾ ਪੈ ਜਾਂਦਾ ਅਤੇ ਫੇਕ 'ਤੇ ਜਾ ਕੇ ਅੰਤਰਾਤਮੇ ਰੱਬ ਨੂੰ ਵੇਖਿਆ ਜਾਂਦਾ। ਵੇਖਣ ਤੋਂ ਭਾਵ ਸੋਝੀ ਆ ਜਾਂਦੀ ਹੈ, ਰੱਬ ਦੀ ਸੋਝੀ ਪਹਿਲਾਂ ਅੰਤਰਾਤਮੇ ਆਉਂਦੀ ਹੈ। ਜਦੋਂ ਅੰਦਰ ਸੋਝੀ ਆਈ ਤੇ ਫਿਰ ਕਹਿੰਦੇ ਹਉ ਹਾਰ ਬਿਨ ਔਰ ਨਾ ਦੇਖਾ, ਦੇਖਣ ਦੀ ਬਾਅਦ 'ਚ ਗੱਲ ਕੀਤੀ, ਪਹਿਲਾਂ ਵੇਖਣ ਦੀ ਗੱਲ ਕੀਤੀ ਹੈ। ਜਦੋਂ ਅੰਦਰੋਂ ਸੋਝੀ ਪਈ, ਪਹਿਲਾਂ ਮਿੱਤਰਤਾ ਤਾਂ ਅੰਦਰ ਹੀ ਆਉਂਦੀ ਹੈ, ਉਹਦਾ ਜਿਹੜਾ ਪ੍ਰਗਟਾਅ ਆ ਉਹ ਤਾਂ ਬਾਅਦ 'ਚ ਕਰਦਾ ਨਾ। ਸੋ ਇਸ ਕਰਕੇ ਅੰਦਰ ਸੋਝੀ ਪਈ ਪਹਿਲੋਂ ਰੱਬ ਦੀ ਜੋਤ ਦੀ, ਆਪਣੀ ਜੋਤ ਦੀ ਅੰਦਰ ਸੋਝੀ ਆਈ, ਅਤੇ ਬਾਅਦ ਵਿੱਚ ਫਿਰ ਜਿਹੜਾ ਜਿੰਨਾ ਸੰਸਾਰ ਹੈ ਇਹਨੂੰ ਸਾਰਾ ਫਿਰ ਰੱਬ ਦਾ ਰੂਪ ਦੱਸਿਆ। ਤੇ ਕਹਿ ਤਾ ਹਾਂ ਹੁਣ ਮੈਂ ਹਰ ਵੇਲੇ ਔਰ ਨਾ ਦੇਖਾਂ, ਕਿਉਂਕਿ ਮੇਰਾ ਉਹ ਨੇਤਰ ਮੇਰੇ ਖੁੱਲ੍ਹ ਗਏ ਜਿਨ੍ਹਾਂ ਦੇ ਨਾਲ ਮੈਂ ਅੰਤਰਾਤਮੇ ਉਸ ਦੀ ਜੋਤ ਨੂੰ ਵੇਖ ਲਿਆ। ਅਤੇ ਹੁਣ ਮੈਂ ਜਿੱਧਰ ਵੀ ਨਿਗਾਹ ਮਾਰਦਾ ਕਹਿੰਦੇ ਮੈਨੂੰ ਰੱਬ ਹੀ ਦਿਸਦਾ, ਰੱਬ ਤੋਂ ਬਿਨਾਂ ਹੋਰ ਕੁਝ ਨਹੀਂ ਦਿਸਦਾ। ਕਹਿੰਦੇ ਨੈਣ ਰਹੇ ਰੰਗ ਲਾਈ, ਨੈਣ ਮੇਰੇ ਅੰਦਰਲੇ ਜਿਹੜੇ ਨੇਤਰ ਨੇ ਇਹ ਰੰਗੇ ਗਏ, ਆਤਮਿਕ ਰੰਗ ਦੇ ਵਿੱਚ ਰੰਗੇ ਗਏ ਵੀ ਕਿੱਦਾਂ, ਕੀ ਸਵਾਦ ਹੈ, ਕੀ ਆਨੰਦ ਹੈ, ਕੀ ਤੁਸੀਂ ਅਨੁਭਵ ਕਰਦੇ ਹੋ। ਜਦੋਂ ਕਬੀਰ ਸਾਹਿਬ ਨੂੰ ਪੁੱਛਿਆ, ਕਹਿੰਦੇ ਨੈਣ ਅੰਦਰਲੇ ਨੇਤਰ ਤਾਂ ਮੇਰੇ ਆਤਮਿਕ ਰੰਗ ਦੇ ਨਾਲ ਰੰਗੇ ਹੋਏ ਨੇ, ਪਰ ਮੇਰੀ ਜਿਹੜੀ ਦਸ਼ਾ ਇੱਦਾਂ ਹੋ ਗਈ ਹੈ, ਅਬ ਬੇਗਲ ਕਹਿਨ ਨਾ ਜਾਏ, ਮੈਂ ਬੇਗਲ ਹੋ ਗਿਆ। ਜੋ ਆਤਮਿਕ ਆਨੰਦ ਹੈ ਉਹਨੂੰ ਕੋਈ ਵੀ ਦੱਸ ਨਹੀਂ ਸਕਿਆ, ਉਹਦੇ ਵਾਸਤੇ ਗੱਲ ਹੀ ਨਹੀਂ ਕੀਤੀ ਜਾ ਸਕਦੀ। ਬੇਗਲ ਦਾ ਅਰਥ ਹੁੰਦਾ ਵੀ ਗੱਲ ਤੋਂ ਬਿਨਾਂ, ਉਹਨੂੰ ਤਾਂ ਅਨੁਭਵ ਕੀਤਾ ਜਾ ਸਕਦਾ ਹੈ, ਉਹਦੇ ਬਾਰੇ ਵਿਖਿਆਨ ਨਹੀਂ ਕੀਤਾ ਜਾ ਸਕਦਾ। ਜਿੱਦਾਂ ਜਪਜੀ ਵਿੱਚ ਮਹਾਰਾਜ ਕਹਿੰਦੇ ਮੰਨੇ ਕੀਕਤ ਕਹੀ ਨਾ ਜਾਏ, ਜਦੋਂ ਮੰਨ ਜਾਂਦਾ ਹੈ ਉਹਦੀ ਅਵਸਥਾ ਦੇ ਸੰਬੰਧ ਵਿੱਚ ਕੁਝ ਵੀ ਵਿਖਿਆਨ ਨਹੀਂ ਕੀਤਾ ਜਾ ਸਕਦਾ। ਮੰਨੇ ਕੀਕਤ ਕਹੀ ਨਾ ਜਾਏ, ਅਨੁਭਵ ਕੀਤਾ ਜਾ ਸਕਦਾ, ਕਿਹਾ ਨਹੀਂ ਜਾ ਸਕਦਾ ਜਿਹੜਾ ਮੰਨਿਆ ਹੋਇਆ ਮਨ ਹੈ। ਇਸੇ ਤਰ੍ਹਾਂ ਜਿਹੜੇ ਨੇਤਰ ਰੰਗੇ ਗਏ, ਜਦੋਂ ਨੇਤਰੇ ਰੰਗੇ ਜਾਂਦੇ ਨੇ ਆਤਮਿਕ ਰੰਗ ਦੇ ਵਿੱਚ, ਕਹਿੰਦੇ ਅਬ ਬੇਗਲ, ਹੁਣ ਉਸ ਸੰਬੰਧ ਦੇ ਵਿੱਚ ਮੈਂ ਨਹੀਂ ਕੁਝ ਕਹਿ ਸਕਦਾ, ਕਹਿਣ ਨਾ ਜਾਏ, ਕਿਹਾ ਹੀ ਨਹੀਂ ਜਾ ਸਕਦਾ। ਉਸ ਆਤਮਿਕ ਰਸ ਨੂੰ, ਆਤਮਿਕ ਆਨੰਦ ਨੂੰ ਮਾਣਿਆ ਜਾ ਸਕਦਾ। ਜੇ ਕੋਈ ਕਹਿਣ ਵੀ ਲੱਗੇ ਉਹਦਾ ਅੰਤ ਕੋਈ ਨਹੀਂ। ਜੇ ਕੋਈ ਕਹਿਣ ਲੱਗਦਾ ਨਾ, ਇੱਕ ਪੱਖ ਲੈਂਦਾ ਦੂਜਾ ਪੱਖ ਰਹਿ ਜਾਂਦਾ। ਇਸ ਕਰਕੇ ਉਹ ਰੱਬ ਦੇ ਸੰਬੰਧ ਵਿੱਚ ਅੱਜ ਤੱਕ ਕੋਈ ਪੂਰਾ ਕਥਨ ਨਹੀਂ ਕਰ ਸਕਿਆ, ਰੱਬ ਦੇ ਆਨੰਦ ਦੇ ਸੰਬੰਧ ਵਿੱਚ ਕੋਈ ਕਥਨ ਨਹੀਂ ਕਰ ਸਕਿਆ। ਸੋ ਆਨੰਦ ਨੂੰ ਮਾਣਿਆ ਆ, ਜਦੋਂ ਸਵਾਦ ਵੀ ਦੱਸਿਆ, ਫਿਰ ਅਲੌਤੀ ਕਾ ਜੈਸੇ ਭਿਆ ਬਰੇਡਾ ਜਿਨ ਪੀਆ ਤਿਨ ਜਾਣਿਆ। ਉਹ ਇੱਕ ਸੋ ਇੰਝ ਕਹਿਤਾ ਜਿੱਦਾਂ ਮਿਸ਼ਰੀ ਦਾ ਸ਼ਰਬਤ ਹੁੰਦਾ ਹੈ, ਅਤੇ ਇਹ ਨਹੀਂ ਵੀ ਹਾਂ ਮਿਸ਼ਰੀ ਦਾ ਸ਼ਰਬਤ ਨਹੀਂ, ਜਿੱਦਾਂ ਮਿਸ਼ਰੀ ਦਾ ਸ਼ਰਬਤ ਹੁੰਦਾ, ਇੱਕ ਮਿਸਾਲ ਦੇ ਦਿੱਤੀ। ਸੋ ਜੇ ਕਿ ਪੂਰਾ ਕਹਿ ਲਿਆ, ਪੂਰਾ ਨਹੀਂ ਕੋਈ ਕਹਿ ਸਕਿਆ। ਇਸ ਕਰਕੇ ਕਬੀਰ ਸਾਹਿਬ ਨੇ ਸ਼ਬਦ ਵਰਤ ਦਿੱਤਾ ਬੇਗਲ। ਕਹਿੰਦੇ ਬੇਗਲ ਹੋ ਜਾਂਦਾ ਜਿਹੜਾ ਵੀ, ਜਿਸ ਦੇ ਵੀ ਨੇਤਰ ਆਤਮਿਕ ਰੰਗ ਵਿੱਚ ਰੰਗੇ ਜਾਂਦੇ ਨੇ। ਹਮਰਾ ਭਰਮ ਗਿਆ ਭਉ ਭਾਗਾ, ਸਾਡਾ ਜਿਹੜਾ ਭਰਮ ਸੀ ਉਹ ਸਾਰਾ ਚਲਾ ਗਿਆ। ਜਿੰਨਾ ਚਿਰ ਭਰਮ ਹੁੰਦਾ ਉਹਨਾਂ ਚਿਰ ਡਰ ਹੁੰਦਾ ਹੈ, ਜਦੋਂ ਭਰਮ ਚਲੇ ਜਾਂਦਾ ਡਰ ਸਾਰਾ ਖਤਮ ਹੋ ਜਾਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਦੇ ਲੋਕਾਂ ਨੂੰ ਜਿਹੜਾ ਭਰਮ ਪਿਆ ਹੋਇਆ, ਸੋ ਇਸ ਮਾਇਆ ਦਾ ਭਾਵ ਇਸ ਸੰਸਾਰ ਦਾ, ਮਾਇਆ ਸਭ ਤੋਂ ਵੱਡੀ ਮਾਇਆ ਕੀ ਬੰਦੇ ਦਾ ਆਪਣਾ ਸਰੀਰ। ਸੋ ਫਿਰ ਹੁਣ ਸਰੀਰ ਦੀਆਂ ਜਿਹੜੀਆਂ ਲੋੜਾਂ, ਇਸ ਤੋਂ ਟੋਟਲੀ ਫਿਰ ਮਾਇਆ ਦੇ ਨਾਲ ਗਾਹਾਂ ਤੋਂ ਗਾਹਾਂ ਤੋਂ ਮਾਇਆ ਦੇ ਨਾਲ ਇਹਦਾ ਵਾਧਾ ਹੋਈ ਜਾਂਦਾ, ਮਾਇਆ ਦੇ ਨਾਲ ਜੁੜੀ ਜਾਂਦਾ। ਇਹ ਭਰਮ ਸੀ। ਜਿਸ ਨੂੰ ਇਹ ਭਰਮ ਚੁੱਕਿਆ ਜਾਂਦਾ ਨਾ ਵੀ ਇਹ ਸਰੀਰ ਜਿਹੜਾ ਥੋੜ੍ਹੇ ਚਿਰ ਵਾਸਤੇ ਹੈ, ਉਸ ਤੋਂ ਬਾਅਦ ਇਹ ਤੇਰੇ ਕੋਲ ਨਹੀਂ ਰਹੇਗਾ, ਇਹ ਭਰਮ ਜਿਹਦਾ ਚੁੱਕਿਆ ਜਾਂਦਾ ਉਹ ਬੰਦਗੀ ਵਾਲੇ ਪਾਸੇ ਲੱਗਦਾ। ਕਬੀਰ ਸਾਹਿਬ ਜੀ ਕਹਿੰਦੇ ਮੇਰਾ ਭਰਮ ਚਲਾ ਗਿਆ, ਮੇਰਾ ਭਰਮ ਚਲਾ ਗਿਆ। ਜਨਮ, ਇਹ ਮਰਨ, ਇਹ ਸੰਸਾਰ, ਇਹ ਇੱਕ ਖੇਡ ਹੈ ਸਾਰੀ, ਅਤੇ ਇਸ ਕਰਕੇ ਕਹਿੰਦੇ ਹੁਣ ਮੇਰਾ ਕੋਈ ਭਰਮ ਨਹੀਂ ਰਹਿ ਗਿਆ, ਅਤੇ ਨਾ ਕੋਈ ਡਰ ਹੈ, ਕਿਸੇ ਕਿਸਮ ਦਾ ਡਰ ਨਹੀਂ, ਨੁਕਸਾਨ ਦਾ ਡਰ ਨਹੀਂ, ਨਫੇ ਦੀ ਖੁਸ਼ੀ ਨਹੀਂ, ਮੌਤ ਦਾ ਭੈ ਨਹੀਂ, ਜ਼ਿੰਦਗੀ ਦੀ ਚਾਹਤ ਨਹੀਂ।
ਕਿਉਂਕਿ ਭਰਮ ਹੀ ਹੈ ਨਹੀਂ ਨਾ ਵੀ ਇੱਥੇ ਹਮੇਸ਼ਾ ਰਹਿਣਾ। ਕਹਿੰਦੇ ਭਰਮ ਗਿਆ ਤੇ ਭਾਉ ਭਾਗਾ, ਕਹਿੰਦੇ ਡਰ ਭੱਜ ਗਿਆ। ਇਹ ਕਦੋਂ ਹੋਇਆ? ਜਬ ਰਾਮ ਨਾਮ ਚਿਤ ਲਾਗਾ, ਕਹਿੰਦੇ ਜਦੋਂ ਚਿੱਤ ਜਿਹੜਾ ਸੀਗਾ ਉਹਦੇ ਨਾਮ ਦੇ ਵਿੱਚ ਜੁੜ ਗਿਆ, ਜਦ ਰਾਮ ਨਾਮ ਚਿੱਤ ਲਾਗਾ। ਸੋ ਭਾਵ ਜਦੋਂ ਮਨ ਚਿੱਤ ਹੋ ਜਾਂਦਾ, ਮਨ ਜਦੋਂ ਹਾਰ ਜਾਂਦਾ, ਜਿੰਨਾ ਚਿਕਰ ਮਨ ਨਹੀਂ ਹਾਰਦਾ ਉਹਨਾਂ ਚਿਕਰ ਸੋ ਨਹੀਂ ਮਨ ਲੱਗਦਾ ਰੱਬ ਦੇ ਵਿੱਚ। ਜਦੋਂ ਮਨ ਚਿੱਤ ਬਣ ਜਾਂਦਾ, ਚਿੱਤ ਹੋ ਗਿਆ, ਮਨ ਹਾਰ ਗਿਆ, ਸਾਰੇ ਪਾਸਿਆਂ ਤੋਂ ਥੱਕ ਗਿਆ ਅਤੇ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਜਦੋਂ ਫਿਰ ਤੜਲਾ ਪਾਉਂਦਾ ਬਾਹੀਂ ਗਹੀਂ ਕੀ ਲਾਜ ਜਸ ਗੋਬਿੰਦ ਦਾਸ ਤੁਹਾਰ, ਤਾਂ ਮਤਲਬ ਹਾਰਿਆ ਹੋਇਆ ਮਨ ਹੁੰਦਾ ਹੈ। ਉਦੋਂ ਇਹ ਲੱਗਦਾ, ਉਦੋਂ ਇਹ ਚਿੱਤ ਬਣ ਜਾਂਦਾ ਹੈ। ਕਹਿੰਦੇ ਹੁਣ ਜਿਹੜਾ ਮੇਰਾ ਮਨ ਹੈ ਸੋ ਪ੍ਰਮਾਤਮਾ ਦੇ ਸਿਮਰਨ ਵਿੱਚ ਲੱਗ ਗਿਆ। ਰਹਾਓ ਬਾਜੀਗਰ ਡੰਕ ਬਜਾਈ, ਸਭ ਖਾਲਕ ਤਮਾਸ਼ੇ ਆਈ। ਹੁਣ ਜਿੱਦਾਂ ਬਾਜੀਗਰ ਢੋਲ ਵਜਾਉਂਦਾ, ਪਹਿਲੋਂ ਪਿੰਡਾਂ ਦੇ ਵਿੱਚ ਹੁੰਦਾ ਸੀ ਬਾਜੀਆਂ ਪੈਂਦੀਆਂ, ਬਾਜੀਗਰ ਨੇ ਆਉਣਾ, ਉਹਨੇ ਢੋਲ ਵਜਾਉਣਾ, ਢੋਲ ਵਜਾ ਕੇ ਇਕੱਠੇ ਕਰਨੇ ਸਾਰੇ, ਫਿਰ ਬਾਜੀ ਪਾਉਣੀ, ਇੱਕ ਰੂਪ ਤੋਂ ਨਾਨਾ ਰੂਪ ਪ੍ਰਗਟ ਕਰਨੇ। ਹੁੰਦਾ ਇੱਕੋ ਹੀ ਹੁੰਦਾ ਸੀਗਾ, ਕਦੀ ਕੁਝ ਬਣ ਕੇ ਆ ਜਾਂਦਾ, ਕਦੀ ਕੁਛ ਬਣ ਕੇ ਆ ਜਾਂਦਾ ਹੁੰਦਾ ਸੀਗਾ, ਅਤੇ ਉਹਦਾ ਆਪਣਾ ਹੀ ਸਾਰਾ ਪਸਾਰਾ ਹੁੰਦਾ ਸੀਗਾ। ਬਾਜੀਗਰ ਪਰਮਾਤਮਾ ਨੇ ਜਦੋਂ ਹੁਕਮ ਰੂਪ ਡੰਕ ਵਜਾਇਆ ਅਤੇ ਖਾਲਕ ਸਾਰੀ ਦੁਨੀਆ ਤਮਾਸ਼ਾ ਕਰਨ ਵਾਸਤੇ ਆ ਗਏ। ਅਸੀਂ ਸਾਰੇ ਤਮਾਸ਼ਾ ਕਰਨ ਵਾਸਤੇ ਆਏ ਹੋਏ ਹਾਂ। ਤਮਾਸ਼ਾ ਦੇਖਣ ਵਾਲਾ ਕੋਈ ਕੋਈ ਹੁੰਦਾ ਹੈ। ਜਿੱਦਾਂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਸੋ ਇੰਝ ਜਗਤ ਦਾ ਤਮਾਸ਼ਾ ਦੇਖਣੇ ਵਾਲਾ ਜਿਹੜਾ ਹੁੰਦਾ ਉਹ ਕੋਈ ਕੋਈ ਹੁੰਦਾ, ਉਹਨੂੰ ਪਤਾ ਹੁੰਦਾ। ਜਿਹੜਾ ਜਗਤ ਦਾ ਤਮਾਸ਼ਾ ਵੇਖਦਾ ਨਾ, ਉਹਨੂੰ ਪਤਾ ਹੁੰਦਾ ਵੀ ਜਗਤ ਝੂਠਾ ਹੈ, ਉਹਨੂੰ ਪਤਾ ਵੀ ਭਰਮ ਹੀ ਆ ਸਾਰਾ। ਸੋ ਇਸ ਕਰਕੇ ਉਹ ਚਾਹੇ ਦੁੱਖ ਦਾ ਸੀਨ ਚਾਹੇ ਸੁੱਖ ਦਾ ਸੀਨ ਹੈ, ਉਹ ਬੜੇ ਆਰਾਮ ਦੇ ਨਾਲ ਵੇਖਦਾ। ਜਿਹੜੇ ਹੁਣ ਤਮਾਸ਼ਾ ਕਰਨੇ ਵਾਲੇ ਹੁੰਦੇ ਨੇ ਉਹ ਵਿੱਚ ਖੁੱਭੇ ਹੋਏ ਹੁੰਦੇ ਨੇ ਆਪਣੇ ਉਹਦੇ ਕਰੈਕਟਰ ਦੇ ਵਿੱਚ। ਜੇ ਵਿੱਚ ਖੁੱਭ ਕੇ ਕਰੈਕਟਰ ਨਹੀਂ ਕਰਦੇ, ਉਹਨੂੰ ਕਰੈਕਟਰ ਨਹੀਂ, ਉਹਦਾ ਕੋਈ ਰੋਲ ਹੀ ਨਹੀਂ ਹੋ ਸਕਦਾ। ਜੇ ਕੋਈ ਰਾਜਾ ਬਣ ਗਿਆ ਤਾਂ ਉਹਨੂੰ ਰਾਜੇ ਵਾਲੇ ਰੋਲ ਵਿੱਚ ਖੁੱਭਣਾ ਪੈਂਦਾ। ਮੰਗਤਾ ਬਣਿਆ, ਉਹਨੂੰ ਮੰਗਤੇ ਵਾਲੇ ਰੋਲ ਵਿੱਚ ਖੁੱਭਣਾ ਪੈਂਦਾ, ਨਹੀਂ ਤਾਂ ਉਹ ਕਰ ਹੀ ਨਹੀਂ ਸਕਦਾ, ਉਹ ਉਪਰਾ ਜਿਹਾ ਲੱਗਦਾ। ਜਿਹੜੇ ਵੇਖਣੇ ਵਾਲੇ ਹੁੰਦੇ ਨਾ, ਉਹਨਾਂ ਨੂੰ ਪਤਾ ਹੁੰਦਾ ਤਮਾਸ਼ਾ। ਜਿਹੜਾ ਤਮਾਸ਼ਾ ਕਰਨੇ ਵਾਲਾ ਉਹਨੂੰ ਹੂ ਬਹੂ ਉਹੋ ਜਿਹਾ ਕਰਨਾ ਪੈਂਦਾ ਹੈ। ਪਰ ਇੱਥੇ ਤਾਂ ਹੋਰ ਵੀ ਵੱਧ ਕੇ ਇਤਕੇ ਜਿਹੜੇ ਚਲੋ ਤਮਾਸ਼ੇ ਕਰਨੇ ਵਾਲਿਆਂ ਨੂੰ ਤਾਂ ਇੰਨਾ ਕੁ ਫਿਰ ਵੀ ਪਤਾ ਹੁੰਦਾ ਨਾ ਵੀ ਮੈਂ ਆਪਣਾ ਰੋਲ ਹੀ ਕਰਦਾ, ਕਰੈਕਟਰ ਹੀ ਹੈ ਮੇਰਾ, ਇਹੋ ਖੁੱਭ ਕੇ ਕਰਦਾ ਤਾਂ ਬਾਅਦ 'ਚ ਫਿਰ ਇੱਕੋ ਜਿਹਾ ਹੋ ਜਾਂਦਾ। ਪਰ ਇੱਥੇ ਆਪਾਂ ਸਾਰੇ ਜੋ ਤਮਾਸ਼ਾ ਕਰਨੇ ਵਾਲੇ ਹਾਂ ਭੁੱਲ ਗਏ ਵੀ ਅਸੀਂ ਤਾਂ ਸਿਰਫ ਤਮਾਸ਼ਾ ਕਰਨੇ ਵਾਲੇ ਹਾਂ। ਅਤੇ ਬਾਅਦ ਵਿੱਚ ਜਦੋਂ ਰੱਬ ਨੇ ਸਾਨੂੰ ਸੱਦ ਲੈਣਾ ਅਤੇ ਇਹ ਸਾਰਾ ਸਵਾਂਗ ਜਿਹਾ ਲੈ ਜਾਣਾ, ਜੋ ਵੀ ਸਵਾਂਗ ਹੁਣ ਬਣਿਆ ਹੋਇਆ, ਜੋ ਹੁਣ ਸਾਡਾ ਭੇਖ ਹੈ, ਜੋ ਨਾਮ ਹੈ, ਜੋ ਜਾਤ ਹੈ, ਜੋ ਕੁਟੰਬ ਹੈ, ਸੋ ਇਹ ਸਾਰਾ ਕੁਝ ਖਤਮ ਜਦੋਂ ਉਹਨੇ ਸੱਦ ਲਿਆ। ਇਹ ਭੁੱਲ ਗਏ। ਸੋ ਇੰਨੇ ਕੁ ਖੁੱਭ ਗਏ, ਇੰਨੇ ਕੁ ਖੁੱਭ ਗਏ। ਹੁਣ ਇਸ ਮਾਇਆਵੀ ਸੰਸਾਰ ਦੇ ਵਿੱਚ ਜਿੰਨੇ ਵੀ ਤਮਾਸ਼ਾ ਕਰਨੇ ਵਾਲੇ ਨੇ, ਅਤੇ ਉਹਨਾਂ ਦੇ ਵਿੱਚ ਕੁਝ ਕੁ ਹੁੰਦੇ ਨੇ ਜਿਹੜੇ ਦੇਖਦੇ ਨੇ, ਜਿਹੜੇ ਤਮਾਸ਼ਾ ਵੇਖਦੇ ਨੇ ਆਣ ਕੇ, ਉਹਨਾਂ ਨੂੰ ਸੰਤ ਕਿਹਾ ਜਾਂਦਾ, ਮਹਾਂਪੁਰਖ ਭਗਤ, ਉਹ ਤਮਾਸ਼ਾ ਵੇਖਦੇ ਨੇ। ਉਹ ਇਹਨਾਂ 'ਚ ਨਹੀਂ ਰਲ ਸਕਦੇ, ਪਰ ਹੁੰਦਾ ਕੋਈ ਕੋਈ ਆ, ਸਾਰੇ ਨਹੀਂ ਹੋ ਸਕਦੇ। ਹੁਣ ਇੱਥੇ ਕਬੀਰ ਸਾਹਿਬ ਕਹਿੰਦੇ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਪ੍ਰਮਾਤਮਾ ਰੂਪ ਬਾਜ਼ੀਗਰ ਨੇ ਡੰਕ ਵਜਾਏ। ਡੰਕ ਸ਼ਬਦ ਵਰਤਿਆ ਗੁਰੂ ਨਾਨਕ ਦੇਵ ਮਹਾਰਾਜ ਨੇ ਜ਼ਿਆਦਾ ਹੁਕਮ ਸ਼ਬਦ ਵਰਤਿਆ। ਹੁਕਮ ਜਦੋਂ ਕਹਿੰਦੇ ਨੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਕੀਤਾ ਪਸਾਓ ਏਕੋ ਕਵਾਓ, ਉੱਥੇ ਵੀ ਹੁਕਮ ਹੀ ਵਰਤਿਆ। ਕਵਾਓ ਦਾ ਨਾ ਹੀ ਹੁਕਮ ਹੁੰਦਾ, ਤਿਸ ਤੇ ਹੋਏ ਲੱਖ ਦਰਿਆਓ, ਪੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਪਏ। ਉਹ ਹੈ ਡੰਕ ਹੀ ਸ਼ਬਦ, ਡੰਕ ਹੈ, ਡੰਕਾ ਵਜਾ ਦਿੱਤਾ, ਹੁਕਮ ਹੋ ਗਏ। ਜਦੋਂ ਹੁਣ ਰਾਜੇ ਦਾ ਹੁਕਮ ਸੁਣਾਇਆ ਜਾਂਦਾ ਸੀ ਤਾਂ ਪਹਿਲਾਂ ਡੰਕ ਵਜਾਇਆ ਜਾਂਦਾ ਸੀ, ਡੰਕਾ ਵਜਾਉਣਾ ਅਤੇ ਫਿਰ ਸੁਣਾ ਦੇਣਾ ਵੀ ਰਾਜੇ ਦਾ ਹੁਕਮ ਹੈ। ਆ ਪਿੰਡਾਂ ਵਿੱਚ ਤਾਂ ਹੁਣ ਤਾਂ ਹੀ
ਸੋ ਉਹ ਢੋਲ ਵਾਲਾ ਢੋਲ ਵਜਾ ਕੇ ਦੱਸਦਾ ਹੁੰਦਾ ਸੀ ਵੀ ਆਹ ਜੀ ਹੁਣ ਪਿੰਡ ਦੀ ਪੰਚਾਇਤ ਦਾ ਫੈਸਲਾ। ਹੁਣ ਤਾਂ ਮੋਬਾਈਲ ਫੋਨ ਆ ਗਿਆ, ਹੁਣ ਬੜਾ ਸਿਸਟਮ ਬਦਲ ਗਿਆ, ਪਰ ਇਹ ਸ਼ਬਦ ਜਿਹੜੇ ਨੇ ਪਹਿਲੇ ਵਰਤੇ ਹੋਏ ਨੇ। ਡੰਕ ਵਜਾਈ, ਬਾਜੀਗਰ ਕੌਣ? ਪਰਮਾਤਮਾ ਪਰਮੇਸ਼ਰ। ਉਹਨੇ ਹੁਕਮ ਦਾ ਡੰਕਾ ਵਜਾਇਆ, ਜਿਹਦੇ ਨਾਲ ਕੀ ਸਭ ਖਲਕ ਤਮਾਸ਼ੇ ਆਈ, ਸਾਰੇ ਤਮਾਸ਼ਾ ਕਰਨੇ ਵਾਲੇ ਆ ਗਏ। ਹੁਣ ਇੱਕ ਪਰਿਵਾਰ ਦਾ ਰੂਪ ਦੇਖ ਲਓ, ਜਿਸ 'ਚ ਪਤੀ ਪਤਨੀ, ਮਾਤਾ ਪਿਤਾ, ਭੈਣ ਭਾਈ, ਸੋ ਇਹ ਬੱਚੇ ਸਾਰੇ, ਸੋ ਇਹ ਕੁਟੁੰਬ ਜਿਹੜਾ ਹੈ ਨਾ, ਇਹ ਉਹ ਪੂਰਾ ਕਰੈਕਟਰ ਹੈ। ਅਤੇ ਕਿੰਨੇ ਪਰਿਵਾਰ ਬਣ ਗਏ। ਇੱਕ ਮਨੁੱਖ ਜਾਤੀ ਦੀ ਗੱਲ ਕਰੀਏ, ਉਸ ਤੋਂ ਬਾਅਦ ਫਿਰ ਕਿਤੇ 84 ਲੱਖ ਜੂਨ ਹੈ। ਜਦੋਂ ਡਰਾਮਾ ਕਰਨਾ ਹੁੰਦਾ, ਸੋ ਉਹ ਇਕੱਲਾ ਹੀਰੋ ਦੇ ਨਾਲ ਤਾਂ ਹੋ ਨਹੀਂ ਜਾਂਦਾ, ਹੋਰ ਸਾਰਾ ਲਟਰੋਂ ਪਟਰੋਂ ਇਕੱਠਾ ਕਰਨਾ ਪੈਂਦਾ। ਕਿੰਨਾ ਕੁਛ ਇਕੱਠਾ ਕਰਦੇ ਨੇ। ਉਹਨੇ ਜਗਤ ਦਾ ਤਮਾਸ਼ਾ ਕਰਨਾ, 84 ਲੱਖ ਜੂਨ ਬਣਾ ਦਿੱਤੀ ਉਸਨੇ। ਫਿਰ ਲਾੜਾ ਕੌਣ ਹੈ ਇਹਦੇ ਵਿੱਚ? ਇਹ ਜੇ ਲਾੜਾ ਮਨੁੱਖ ਹੈ, ਮਹਾਰਾਜ ਨੇ ਕਹਿੰਦੇ ਧਰਤੀ ਮੈਂ ਤੇਰੀ ਸਕਦਾਰੀ, ਅਵਰਜੂਨ ਤੇਰੀ ਪਨਿਆਰੀ, ਇਹਨੂੰ ਲਾੜਾ ਬਣਾ ਤਾ। ਇਹ ਤਮਾਸ਼ਾ ਵੇਖਣੇ ਵਾਲਾ ਬਣਨਾ ਚਾਹੀਦਾ ਸੀ। ਬਰਾਤ ਜਾਂਦੀ ਹੈ ਅਤੇ ਲਾੜਾ ਤਮਾਸ਼ਾ ਥੋੜ੍ਹੀ ਕਰਦਾ ਹੈ। ਲਾੜਾ ਤਾਂ ਉਹ ਜਿਹੜੇ ਭਾਂਡਾ ਜਾਂਦੇ ਨਾ ਸਾਰੇ, ਉਹ ਲਾੜੇ ਨੂੰ ਖੁਸ਼ ਕਰਨ ਵਾਸਤੇ ਉਹਨੂੰ ਤਮਾਸ਼ਾ ਦਿਖਾਉਂਦੇ ਹੈ, ਅਤੇ ਲਾੜਾ ਭੰਡਾਂ ਵਿੱਚ ਸ਼ਾਮਲ ਹੋ ਜਾਂਦਾ। ਮਨੁੱਖ ਸਭ ਤੋਂ ਉੱਤਮ ਹੈ ਅਤੇ ਭੰਡਾਂ ਵਿੱਚ ਸ਼ਾਮਲ ਹੋ ਗਿਆ, ਤਮਾਸ਼ਾ ਕਰਨੇ ਵਾਲਿਆਂ ਵਿੱਚ ਸ਼ਾਮਲ ਹੋ ਗਿਆ। ਇਹ ਦੇਖਣੇ ਵਾਲਿਆਂ 'ਚ ਇਹਨੂੰ ਚਾਹੀਦਾ ਸੀ, ਪਰ ਦੇਖਣੇ ਵਾਲਿਆਂ 'ਚ ਨਹੀਂ ਰਿਹਾ। ਕਬੀਰ ਸਾਹਿਬ ਜੀ ਕਹਿੰਦੇ ਪਰ ਮੈਂ ਸੋ ਮੈਨੂੰ ਨੇ ਅੰਦਰਲੀ ਸੁੱਝੀ ਦਿੱਤੀ, ਮੇਰੇ ਅੰਦਰਲੇ ਨੇਤਰ ਖੁੱਲ੍ਹੇ, ਗਿਆਨ ਦਾ ਦਾਰੂ ਮੈਨੂੰ ਮਿਲਿਆ, ਅਤੇ ਜਿਹਦੇ ਕਰਕੇ ਅੰਦਰਲੇ ਨੇਤਰ ਖੁੱਲ੍ਹ ਗਏ, ਅਤੇ ਮੈਨੂੰ ਸਾਰਾ ਜਗਤ ਕਹਿੰਦੇ ਹੁਣ ਤਮਾਸ਼ਾ ਵੇਖਦਾ। ਅਤੇ ਮੈਂ ਤਾਂ ਕਹਿੰਦੇ ਵੇਖਦਾ ਹਾਂ, ਕਹਿੰਦੇ ਮੈਂ ਵਿੱਚ ਨਹੀਂ ਕਹਿੰਦੇ ਸ਼ਾਮਲ ਹੁੰਦਾ। ਕਹਿੰਦੇ ਅੱਗੇ ਕਹਿੰਦੇ ਆ ਬਾਜੀਗਰ ਸਵਾਂਗ ਸਕੇਲਾ। ਹੁਣ ਬਾਜੀਗਰ ਹਮੇਸ਼ਾ ਥੋੜ੍ਹੀ ਉੱਥੇ ਡਰਾਮਾ ਬਣਾ ਕੇ ਰੱਖਦਾ, ਤਮਾਸ਼ਾ ਕਰਦਾ, ਉਹਦਾ ਕੁਝ ਟਾਈਮ। ਆ ਸਰਕਸ ਆ ਜਾਂਦੀ ਹੈ, ਜਦੋਂ ਸਰਕਸ ਆਉਂਦੀ ਹੈ ਉਹਦਾ ਕੁਝ ਟਾਈਮ ਹੁੰਦਾ। ਸਾਰੇ ਬਾਜੀਗਰ ਇੱਕ ਬੰਦੇ ਦੀ ਸਰਕਸ ਹੈ, ਸਾਰੀ ਬੰਦਾ ਇੱਕੋ ਹੀ ਆ ਜਿਹੜਾ ਚਲਾ ਰਿਹਾ ਸਾਰਿਆਂ ਨੂੰ, ਬਾਕੀ ਸਾਰਿਆਂ ਨੂੰ ਪੈਸੇ ਦੇ ਦੇ ਕੇ ਕੰਮ ਕਰਾਈ ਜਾਂਦਾ ਅਗਲਾ। ਅਤੇ ਫਿਰ ਥੋੜ੍ਹੇ ਦਿਨ ਸਰਕਸ ਰਹੇਗੀ, ਉਸ ਤੋਂ ਬਾਅਦ ਫਿਰ ਸਾਰਾ ਸਮਾਨ ਸਾਂਭਦੇ ਆ, ਨਾ ਉੱਥੇ ਹਾਥੀ ਨਾ ਘੋੜੇ ਅਤੇ ਨਾ ਉਹ ਡਰਾਮੇ ਕਰਨੇ ਵਾਲੇ, ਕੁਛ ਨਹੀਂ ਉੱਥੇ ਰਹਿ ਜਾਂਦਾ, ਸਭ ਗਿਆ। ਉੱਥੇ ਉਹੀ ਗਰਾਊਂਡ ਖਾਲੀ ਦੀ ਖਾਲੀ ਰਹਿ ਜਾਂਦੀ ਹੈ। ਕਹਿੰਦੇ ਜਦੋਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨਾ ਇਹਨੂੰ ਸਕੇਲੇ ਹੁੰਦਾ ਵੀ ਸਵਾਂਗ ਸਾਰਾ ਤਮਾਸ਼ਾ ਸਕੇਲਾ ਹੁੰਦਾ ਇਕੱਠਾ ਕਰਨਾ, ਉਹ ਇਕੱਠਾ ਕਰ ਲੈਂਦਾ। ਇੱਦਾਂ ਦਾ ਵੀ ਸਮਾਂ ਹੈ। ਸੋ ਇੱਕ ਤਾਂ ਜਦੋਂ ਬੰਦਾ ਮਰ ਮੁੱਕ ਜਾਂਦਾ, ਉਹਦੇ ਵਾਸਤੇ ਤਾਂ ਸਵਾਂਗ ਸਕੇਲਾ ਹੋ ਗਿਆ, ਉਹਦੇ ਵਾਸਤੇ ਤਾਂ ਤਮਾਸ਼ਾ ਖਤਮ ਹੋ ਗਿਆ। ਥੋੜ੍ਹਾ ਚਿਰ ਤਮਾਸ਼ਾ ਵੇਖਦੀਆਂ ਅੱਖਾਂ, ਹੁਣ ਪਤਾ ਲੱਗਦਾ ਪਿਆ ਖੇਡ ਖਤਮ ਹੋਣੇ ਵਾਲਾ ਹੈ। ਦੇਖੀ ਜਾਂਦਾ ਹੁਣ ਬਸ ਕੁਝ ਨਹੀਂ। ਸੋ ਉਹਦੇ ਵਾਸਤੇ ਪਰਮਾਤਮਾ ਨੇ ਤਮਾਸ਼ਾ ਖਤਮ ਕਰ ਦਿੱਤਾ, ਇਕੱਠਾ ਕਰ ਰਿਹਾ, ਅਤੇ ਬਾਅਦ ਵਿੱਚ ਉਹ ਇਕੱਲਾ ਹੀ ਰਹਿ ਗਿਆ। ਹੁਣ ਪਹਿਲੋਂ ਦੇਖਣ ਆਇਆ ਸੀਗਾ, ਜੇ ਦੇਖਣ ਵਾਲਾ ਬਣ ਕੇ ਜਾਂਦਾ ਫਿਰ ਤਾਂ ਕੁਝ ਗੱਲ ਹੋਰ ਸੀਗਾ, ਅਤੇ ਇਹ ਵਿੱਚ ਸ਼ਾਮਲ ਹੋ ਗਿਆ। ਹੁਣ ਸੋ ਜਿੰਨੇ ਤਮਾਸ਼ਬੀਨ ਸੀ ਸਾਰੇ ਨਾਲ ਤਮਾਸ਼ਾ ਕਰਨ ਵਾਲੇ, ਕੋਈ ਨਾਲ ਨਹੀਂ, ਇਕੱਲੇ ਦਾ ਇਕੱਲਾ ਰਹਿ ਗਿਆ। ਇਹੀ ਗੱਲ ਪਹਿਲੋਂ ਸਮਝ ਜਾਂਦਾ ਵੀ ਮੈਂ ਤਾਂ ਇਕੱਲਾ ਆਇਆ, ਇਕੱਲੇ ਨਹੀਂ ਜਾਣਾ, ਰੱਬ ਦੇ ਨਾਲ ਖੜ੍ਹ ਜਾਂਦਾ, ਕਿਉਂਕਿ ਰੱਬ ਵੀ ਇਕੱਲਾ ਹੀ ਹੈ, ਰੱਬ ਵੀ ਤਾਂ ਇਕੱਲਾ ਹੀ ਹੈ ਨਾ। ਰੱਬ ਦੇ ਨਾਲ ਨਹੀਂ ਖੜਿਆ, ਜਿਹੜਾ ਆ ਸਵਾਂਗ ਜਿਹਾ ਰਚਿਆ ਸੀ ਇਹਦੇ ਨਾਲ ਖੜ੍ਹ ਗਿਆ। ਅਤੇ ਬਾਅਦ ਵਿੱਚ ਫਿਰ ਉਹ ਜਿਹੜੇ ਕਰਮਾਂ ਦਾ ਬੋਝ ਲੈ ਕੇ ਜਾਂਦਾ, ਚੰਗੇ ਮਾੜੇ ਕਰਮ ਪੰਡ ਚੁੱਕੀ ਹੋਆ, ਉਹ ਫਿਰ ਲੇਖਾ ਦੇਣਾ ਔਖਾ ਹੋ ਜਾਂਦਾ ਹੈ। ਇੱਥੇ ਹੁਣ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਉਹ ਸਾਰੇ ਸਿਸਟਮ ਨੂੰ ਸਮੇਟਦਾ ਨਾ, ਸਵਾਂਗ ਸਕੇਲਾ, ਇਹ ਪਰਲੇ ਦਾ ਜ਼ਿਕਰ ਕਰਤਾ। ਹੁਣ ਉਹਨੇ ਇੱਕ ਹੁਕਮ ਦੇ ਨਾਲ ਸ੍ਰਿਸ਼ਟੀ ਨੂੰ ਖਤਮ ਕਰਨਾ, ਉਹਨੇ ਹੌਲੀ ਹੌਲੀ ਨਹੀਂ ਖਤਮ ਕਰਨੀ, ਫਿਰ ਹੌਲੀ ਹੌਲੀ ਖਤਮ ਉਹਨੇ ਕਰਨੀ ਹੈ, ਨਹੀਂ ਇੰਝ ਨਹੀਂ। ਇਹ ਤਾਂ ਸਿਰਫ ਜਿਹੜਾ ਮੌਤਾਂ ਹੋ ਜਾਣੇ, ਕਿਤੇ 10 ਕਿਤੇ 20 ਕਿਤੇ 1000 ਵੀ ਇਕੱਠੀ ਹੋ ਸਕਦੀ ਹੈ। ਇਹ ਤਾਂ ਸਾਨੂੰ ਉਹ ਸੁਨੇਹਾ ਦਿੰਦਾ ਵੀ ਇੱਦਾਂ ਖੇਡ ਖਤਮ ਹੋ ਜਾਂਦੀ ਹੈ, ਅਤੇ ਅਸੀਂ ਵੀ ਨਹੀਂ ਸਮਝਦੇ। ਥੋੜ੍ਹਾ ਕੁ ਚਿਰ ਮੌਜੂਦ ਹੁੰਦੇ ਵੀ ਲੈ ਕੀ ਹੋ ਗਿਆ, ਇੱਦਾਂ ਜੇ ਉਹ ਤੋਂ ਬਾਅਦ ਫਿਰ ਅਸੀਂ ਇਸ ਖੇਡ ਤਮਾਸ਼ੇ ਵਿੱਚ ਰਚ ਮਿਚ ਜਾਂਦੇ ਹਾਂ। ਜਦੋਂ ਨੇ ਸਮੇਟਣਾ ਹੈ ਨਾ ਸਾਰਾ, ਇੱਕੇ ਵਾਰੀ ਸਭ ਕੁਝ ਸਮੇਟ ਲੈਣਾ, ਫਿਰ ਇਕੱਲੇ ਦਾ ਇਕੱਲਾ। ਕਹਿੰਦੇ ਆਪਣੇ ਰੰਗ ਰਵੈ ਅਕੇਲਾ, ਆਪਣੇ ਰੰਗ ਦੇ ਵਿੱਚ ਇਕੱਲਾ ਹੀ ਮਸਤ। ਕਹਿੰਦੇ
ਕਥਨੀ ਕੈ ਭਰਮ ਨ ਜਾਈ। ਕੇਵਲ ਗੱਲਾਂ ਕਰਨ ਦੇ ਨਾਲ ਇਹ ਭਰਮ ਨਹੀਂ ਜਾ ਸਕਦਾ। ਜਿਹੜਾ ਭਰਮ ਆਪਾਂ ਸਾਰੇ ਜਾਣੇ ਪਾਲਦੇ, ਭਰਮ ਪਾਲਦੇ, ਸੱਚ ਨਹੀਂ ਪਾਲਦੇ। ਨਾਲੇ ਸੱਚ ਨੂੰ ਪੱਲਣ ਦੀ ਲੋੜ ਹੀ ਨਹੀਂ। ਸੱਚ ਨੂੰ ਤਾਂ ਸਿਰਫ ਸਵੀਕਾਰ ਕਰਨਾ, ਸੱਚ ਨੂੰ ਤਾਂ ਕੇਵਲ ਸਵੀਕਾਰ ਕਰਨਾ। ਉਹਨੂੰ ਅਸੀਂ ਨਹੀਂ ਪਾਲ ਸਕਦੇ। ਵੀ ਜਿਹੜਾ ਸੱਚ ਨੂੰ ਸਵੀਕਾਰ ਕਰ ਲੈਂਦਾ, ਸੱਚ ਉਹਦੀ ਪਾਲਣਾ ਕਰਦਾ। ਇਸ ਸੰਸਾਰ ਦੇ ਵਿੱਚ ਸੋ ਜਿਹੜੇ ਸੱਚੇ ਨੇ, ਜਿਨ੍ਹਾਂ ਨੇ ਸੱਚ ਨੂੰ ਸੰਭਾਲਿਆ, ਉਹਨਾਂ ਦੀ ਵੀ ਉਹ ਹੈ ਨਹੀਂ ਇੰਜ ਨਹੀਂ ਕਹਿ ਸਕਦੇ, ਉਹ ਵੀ ਹੈਗੇ ਆ। ਪਰ ਬਾਕੀ ਭਰਮ ਵਾਲੇ ਜਿਹੜੇ ਨੇ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ, ਜਿਹੜੇ ਭਰਮ ਪਾਲ ਕੇ ਬੈਠੇ ਹੋਏ ਨੇ। ਭਰਮ ਰਹਿੰਦਾ ਨਹੀਂ, ਸੱਚ ਹਮੇਸ਼ਾ ਰਹਿੰਦਾ। ਸੋ ਜਿਸ ਨੇ ਸੱਚ ਨੂੰ ਮੰਨ ਲਿਆ, ਸੱਚ ਉਹਦੀ ਪਾਲਣਾ ਕਰਦਾ। ਕਹਿੰਦੇ ਸਭ ਕਾਥ ਕਾਥ ਰਹੀ ਲੁਕਾ। ਹਾਂ, ਸੱਚ ਨੂੰ ਕਥਨ ਸਾਰੇ ਹੀ ਕਰਦੇ ਪਏ ਨੇ। ਜਿੰਨੇ ਗਿਆਨੀ ਨੇ ਸੱਚ ਦਾ ਕਥਨ ਕਰਦੇ ਪਏ। ਗਿਆਨੀਆਂ ਨਹੀਂ ਕਰਨਾ ਸੱਚ ਦਾ ਕਥਨ। ਅਗਿਆਨੀ ਤਾਂ ਸੱਚ ਦਾ ਕਥਨ ਹੀ ਨਹੀਂ ਕਰ ਸਕਦਾ। ਗਿਆਨੀਆਂ ਨੇ ਕੁਝ ਪੜ੍ਹ ਲਿਆ, ਪੜ੍ਹ ਕੇ ਤੈਨੂੰ ਸੱਚ ਦਾ ਕਥਨ ਕਰਨਾ ਸ਼ੁਰੂ ਕਰ ਦਿੱਤਾ। ਹਾਂ, ਜਿਨ੍ਹਾਂ ਨੇ ਸੱਚ ਨੂੰ ਜਾਣਿਆ ਉਹਨਾਂ ਨੇ ਲਿਖ ਦਿੱਤਾ। ਸੋ ਜਿਨ੍ਹਾਂ ਨੇ ਜਾਣਿਆ, ਹੁਣ ਬਾਣੀ ਨੂੰ ਜਿਨ੍ਹਾਂ ਨੇ ਜਾਣਿਆ ਉਹਨੇ ਲਿਖ ਦਿੱਤਾ। ਹੁਣ ਬਾਣੀ ਨੂੰ ਪੜ੍ਹ ਪੜ੍ਹ ਕੇ ਬੜੇ ਨੇ ਸੱਚ ਦਾ ਕਥਨ ਕਰਨੇ ਵਾਲੇ, ਪਰ ਨਹੀਂ ਜਾਣਿਆ ਨਹੀਂ ਹੈ, ਕਿਉਂਕਿ ਲਿਖਿਆ ਨੂੰ ਕਥਨ ਕਰ ਦਿੱਤਾ। ਕਹਿੰਦੇ ਹੁਣ ਇਹਦੇ ਨਾਲ ਭਰਮ ਨਹੀਂ ਜਾਂਦਾ। ਕਹਿੰਦੇ ਕਥ ਕਥ ਰਹੀ ਲੁਕਾਈ। ਇੱਧਰ ਬੜੀ ਲੁਕਾਈ ਹੈ ਜਿਹੜੀ ਕਥ ਕਥ ਕੇ ਰਹਿ ਗਈ। ਕਹਿੰਦੇ ਸੱਚ ਨੂੰ ਨਹੀਂ ਜਾਣ ਸਕੇ। ਜਾ ਕੋ ਗੁਰਮੁਖ ਆਪ ਬੁਝਾਈ। ਜਿਹਨੂੰ ਗੁਰਮੁਖੀ ਮੱਤ ਮਿਲਦੀ ਹੈ ਨਾ, ਅਤੇ ਉਸ ਨੂੰ ਸਮਝ ਪੈਂਦੀ ਹੈ। ਜਿਹਨੂੰ ਉਹ ਗੁਰਮੁਖੀ ਮੱਤ ਦਿੰਦਾ ਹੈ ਅਤੇ ਉਹ ਸਮਝਦਾ ਇਸ ਖੇਡ ਨੂੰ। ਤਾਂ ਕਿ ਹਿਰਦੇ ਰਹਿਆ ਸਮਾਈ। ਜਿਹੜਾ ਸਮਝ ਗਿਆ ਉਹਦੇ ਹਿਰਦੇ ਵਿੱਚ ਸਮਾ ਗਿਆ। ਜਿਹਨੇ ਸਵੀਕਾਰ ਕਰ ਲਿਆ ਉਹਦੇ ਹਿਰਦੇ ਵਿੱਚ ਸਮਾ ਗਿਆ। ਕਹਿੰਦੇ ਗੁਰ ਕਿੰਚਿਤ ਕਿਰਪਾ ਕੀਨੀ। ਥੋੜ੍ਹੀ ਜਿਹੀ ਕਿਰਪਾ ਕਰਤੀ, ਮੈਨੂੰ ਥੋੜ੍ਹਾ ਜਿਹਾ ਗਿਆਨ ਦੇ ਦਿੱਤਾ ਉਸਨੇ ਅੰਦਰੋਂ। ਸਭ ਤਨ ਮਨ ਦੇ ਹਰ ਲੀਨੀ। ਉਹਦੇ ਨਾਲ ਕੀ ਹੋਇਆ? ਮੇਰਾ ਤਨ ਵੀ ਮੇਰਾ ਮਨ ਵੀ, ਹੈ ਨਾ। ਸੋ ਉਹਦੇ ਵਿੱਚ ਲੀਨ ਹੋ ਗਿਆ। ਸਭ ਤਨ ਮਨ ਦੇ ਹਰ ਲੀਨੀ। ਉਹਦੇ ਵਿੱਚ ਕਿੱਦਾਂ ਲੀਨ ਹੋਇਆ? ਕਹਿੰਦੇ ਤਨ ਮਨ ਉਹਨੂੰ ਅਰਪਣ ਕਰ ਦਿੱਤਾ ਹੈ। ਦੇ ਹੈਗਾ ਤਾਂ ਉਹਦਾ ਹੀ ਹੈ, ਪਰ ਸੰਕਲਪ ਕਰ ਲਿਆ ਵੀ ਤੇਰਾ। ਜਦੋਂ ਸੰਕਲਪ ਹੀ ਕਰ ਲਿਆ ਤੇਰਾ, ਤਾਂ ਉਹਦੇ ਵਿੱਚ ਲੀਨ ਹੋ ਗਿਆ। ਕਹਿੰਦੇ ਹਰ ਲੀਨੀ। ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ। ਹੁਣ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਤਾਂ ਜਗਤ ਨੂੰ ਜੀਵਨ ਦੇਣੇ ਵਾਲਾ, ਦਾਤਾਂ ਦੇਣੇ ਵਾਲਾ, ਜੀ ਦਾਨ ਦੇਣੇ ਵਾਲਾ, ਸਾਡੀਆਂ ਲੋੜਾਂ ਪੂਰੀਆਂ ਕਰਨੇ ਵਾਲਾ, ਸਾਹ ਦੇਣੇ ਵਾਲਾ, ਕਹਿੰਦੇ ਮੈਨੂੰ ਮਿਲ ਗਿਆ। ਕਹਿੰਦੇ ਮੈਨੂੰ ਮਿਲ ਗਿਆ। ਸੋ ਜਿਹਦੇ ਨਾਲ ਹੁਣ ਕਬੀਰ ਸਾਹਿਬ ਕਹਿੰਦੇ ਮੈਂ ਹਰ ਵਕਤ ਅੱਠੇ ਪੈਰ ਉਹਦੇ ਹੀ ਰੰਗ ਦੇ ਵਿੱਚ ਕਹਿੰਦੇ ਹੁਣ ਰਤਿਆ ਰਹਿੰਦਾ। ਸੋ ਕਬੀਰ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਉਪਦੇਸ਼ ਬਖਸ਼ਿਆ। ਕਬੀਰ ਸਾਹਿਬ ਨੇ ਬਹੁਤ ਡੂੰਘੀਆਂ ਬ੍ਰਹਮ ਦੀਆਂ ਗੱਲਾਂ ਕੀਤੀਆਂ ਨੇ। ਕਬੀਰ ਸਾਹਿਬ ਜੀ ਦੀ ਬਾਣੀ 'ਚ ਬ੍ਰਹਮ ਹੀ ਬ੍ਰਹਮ, ਕਹਿੰਦੇ ਇਹ ਤੋਂ ਬ੍ਰਹਮ ਵਿਚਾਰ ਹੈ, ਲੋਕ ਜਾਣੇ ਗੀਤ ਹੈ। ਕਹਿੰਦੇ ਇਹ ਬ੍ਰਹਮ ਦੀਆਂ ਗੱਲਾਂ ਨੇ। ਲੋਕ ਇਹਨੂੰ ਕਵਿਤਾ ਸਮਝ ਲੈਂਦੇ ਨੇ, ਕੋਈ ਗੀਤ ਸਮਝ ਲੈਂਦਾ। ਨਾ ਕਵਿਤਾ ਨਾ ਗੀਤ ਹੈ, ਇਹ ਬ੍ਰਹਮ ਦੀਆਂ ਗੱਲਾਂ ਨੇ। ਬ੍ਰਹਮ ਦੀ ਵਿਚਾਰ ਹੈ। ਜਿੱਦਾਂ ਬ੍ਰਹਮ ਦੀ ਵਿਚਾਰ ਆਉਂਦੀ ਹੈ ਮੈਂ ਉੱਦਾਂ ਕਹਿੰਦਾ ਦੱਸ ਦਿੰਦਾ, ਉੱਦਾਂ ਸਲਾਹ ਦਿੰਦਾ। ਗੁਰੂ ਕਿਰਪਾ ਕਰੇ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਬੁਝੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਥਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਨ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭ ਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ। ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ ਨਾਮ, ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ।
ਸਾਚ ਨਾਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨੈ ਵਿਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ, ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਪੈ ਅਰਦਾਸ ਜੀਉ ਪਿੰਡ